ਕੇ ਗੋਲੇ। ਧੰਨ ਵਾਹਿਗੁਰੂ ਸਾਹਿਬ ਜੀਓ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਜਿਤ ਦਿਨ ਦੇਹ ਬਿਨਸਸੀ, ਤਿਤ ਵੇਲੇ ਕਹਿਸਣ ਪ੍ਰੇਤ। ਪਕੜ ਚਲਾਇਣ ਦੂਤ ਜਮ, ਕਿਸੈ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੈ, ਸਿਆਹੋਂ ਹੋਆ ਸੇਤ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰਖਣ ਵਾਲਾ ਹੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਭਗਤ ਵਛਲ ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੜੇ ਹੀ ਅਦਬ ਸਹਿਤ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦੇ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚ ਜੁੜ ਬੈਠ ਪਾਵਨ ਬਾਣੀ ਦਾ ਕੀਰਤਨ ਸਰਵਨ ਕਰਨ ਦਾ ਸੁਭਾਗ ਮਿਲਿਆ ਹੈ। ਆਓ ਸਾਧ ਸੰਗਤ, ਅੱਜ
ਭਾਦਰੋਂ ਦਾ ਮਹੀਨਾ ਆਰੰਭ ਹੋਇਆ ਹੈ ਅਤੇ ਪਾਵਨ ਬਾਣੀ 12 ਮਾਹਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਭਾਦਰੋਂ ਦੇ ਮਹੀਨੇ ਦੇ ਰਾਹੀਂ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਆਓ ਉਸ ਪਾਵਨ ਉਪਦੇਸ਼ ਨੂੰ ਵਿਚਾਰਨ ਦਾ, ਸਮਝਣ ਦਾ ਯਤਨ ਕਰੀਏ। 12 ਮਾਹਾਂ ਮਾਝ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਇਸ ਸ਼ਬਦ ਦੇ ਅੱਖਰੀ ਅਰਥ ਭਾਵ ਅਰਥਾਂ ਨੂੰ ਸਮਝਣ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਰਸਨਾ ਪਵਿੱਤਰ ਕਰਨ ਲਈ ਸਾਰੇ ਹੀ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਅੱਜ ਭਾਦਰੋਂ ਦਾ ਮਹੀਨਾ ਆਰੰਭ ਹੋਇਆ ਹੈ। ਸਾਉਣ ਦਾ ਮਹੀਨਾ ਅਕਾਲ ਪੁਰਖ ਦੇ ਭਾਣੇ ਵਿੱਚ ਬਤੀਤ ਹੋਇਆ ਹੈ। ਸੋ ਸਾਉਣ ਦਾ ਮਹੀਨਾ ਅਤੇ ਭਾਦਰੋਂ ਦਾ ਮਹੀਨਾ, ਇਹ 2 ਮਹੀਨਿਆਂ ਦੇ ਅੰਦਰ ਮੌਸਮ ਦੀ ਇੱਕ ਤਬਦੀਲੀ ਜਿਹੜੀ ਹੈ ਉਹ ਹੁੰਦੀ ਹੈ। ਜੇਠ ਹਾੜ ਦੀ ਬਹੁਤ ਭਿਆਨਕ ਗਰਮੀ ਤੋਂ ਬਾਅਦ ਜਿਸ ਵੇਲੇ ਸਾਉਣ ਦਾ ਮਹੀਨਾ ਸ਼ੁਰੂ ਹੁੰਦਾ ਹੈ ਤੇ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਨੇ, ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ। ਉਸ ਵਰਖਾ ਦੇ ਨਾਲ ਸਭ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਹੈ। ਸਾਰੇ ਜੀਵ ਜੰਤ, ਬਨਸਪਤੀ ਜਿਹੜੀ ਹੈ ਉਹ ਖੇੜੇ ਦੇ ਵਿੱਚ ਆਉਂਦੀ ਹੈ। ਪਰ ਤੁਸੀਂ ਇਹ ਵੀ ਜਾਣਦੇ ਹੋ ਕਿ ਭਾਦਰੋਂ ਦਾ ਜਿਹੜਾ ਮਹੀਨਾ ਹੈ, ਇਹਦੇ ਵਿੱਚ ਮੌਸਮ ਫਿਰ ਇੱਕ ਵਾਰੀ ਬਦਲ ਜਾਂਦਾ ਹੈ। ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਉਸ ਗਰਮੀ ਦੇ ਨਾਲ ਹੁਮਸ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ, ਜਿਹਨੂੰ ਤਰਾਟਕਾ ਵੀ ਕਿਹਾ ਜਾਂਦਾ ਹੈ, ਘੁੰਮਾ ਵੀ ਕਿਹਾ ਜਾਂਦਾ ਹੈ। ਹੁਮਸ ਬਹੁਤ ਜ਼ਿਆਦਾ ਪੈਦਾ ਹੋ ਜਾਂਦਾ ਹੈ। ਵੇਖਣ ਨੂੰ ਲੱਗੇਗਾ ਕਿ ਬੱਦਲ ਚੜ੍ਹ ਕੇ ਆਏ ਨੇ, ਸ਼ਾਇਦ ਮੀਂਹ ਪਵੇ, ਪਰ ਮੀਂਹ ਵੀ ਨਹੀਂ ਪੈਂਦਾ। ਗਰਮੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤੋ ਇਹ ਮਹੀਨਾ ਜਿਹੜਾ ਹੈ, ਇਸ ਮਹੀਨੇ ਦੇ ਅੰਦਰ ਬਹੁਤ ਜ਼ਿਆਦਾ ਭੜਾਸ ਵਾਲਾ, ਹੁਮਸ ਵਾਲਾ ਜਿਹੜਾ ਹੈ ਸਮਾਂ ਬਣ ਜਾਂਦਾ ਹੈ। ਤੋ ਹਰ ਇੱਕ ਮਨੁੱਖ, ਜੀਵ ਜੰਤੂ ਜਿਹੜੇ ਨੇ ਉਹ ਵੀ ਇਸ ਮਹੀਨੇ ਦੇ ਵਿੱਚ ਹੁਮਸ ਦੇ ਕਰਕੇ, ਭੜਾਸ ਦੇ ਕਰਕੇ ਉਹ ਬੜੇ ਪਰੇਸ਼ਾਨ ਹੁੰਦੇ ਨੇ। ਕਈ ਵਾਰੀ ਤੇ ਇਉਂ ਜਾਪਦਾ ਹੈ ਕਿ ਬਹੁਤ ਜ਼ਿਆਦਾ ਭੜਾਸ ਤੇ ਗਰਮੀ ਹੈ। ਇਸ ਗਰਮੀ ਭੜਾਸ ਦੇ ਵਿੱਚ ਸਾਹ ਲੈਣਾ ਵੀ ਔਖਾ ਜਾਪ ਰਿਹਾ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਮਹੀਨੇ ਦੇ ਵਿੱਚ ਜੋ ਹੁਮਸ ਹੈ, ਭੜਾਸ ਹੈ, ਗਰਮੀ ਹੈ, ਉਹਦੇ ਨਾਲ ਜਿੱਥੇ ਜੀਵ ਘਬਰਾਉਂਦਾ ਏ, ਇਹਦਾ ਮਹਾਰਾਜ ਨੇ ਜ਼ਿਕਰ ਕਰਦਿਆਂ ਹੋਇਆ ਜੀਵ ਦੀ ਗੱਲ ਕੀਤੀ। ਕਹਿੰਦੇ ਜਿਹੜਾ ਜੀਵ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਚੁੱਕਾ ਏ, ਉਹਦੀ ਵੀ ਇਹੋ ਹੀ ਹਾਲਤ ਬਣਦੀ ਹੈ। ਬਚਨ ਬੜੇ ਪਿਆਰੇ ਹਜੂਰ ਦੇ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਆਪਾਂ ਸਾਰੇ ਜੀਵ ਰੂਪ ਇਸਤਰੀਆਂ ਹਾਂ ਤੇ ਮਹਾਰਾਜ ਕਹਿੰਦੇ ਜਿਵੇਂ ਭਾਦਰੋਂ ਦੇ ਮਹੀਨੇ ਦੀ ਗਰਮੀ, ਹੁਮਸ ਜੀਵਾਂ ਨੂੰ ਪਰੇਸ਼ਾਨ ਕਰ ਦਿੰਦੀ ਹੈ, ਇਸੇ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਭਰਮ ਦੇ ਵਿੱਚ ਪੈ ਕੇ
ਪਤੀ ਪਰਮੇਸ਼ਰ ਨੂੰ ਜਿਸ ਨੇ ਵਿਸਾਰ ਦਿੱਤਾ, ਦੂਜਾ ਲੱਗਾ ਹੇਤ ਕਿਸੇ ਹੋਰ ਨਾਲ ਪਿਆਰ ਬਣ ਗਿਆ, ਸਨੇਹ ਬਣ ਗਿਆ ਪਤੀ ਤੋਂ ਬਿਨਾਂ। ਕਹਿੰਦੇ ਉਸ ਜੀਵ ਰੂਪ ਇਸਤਰੀ ਦਾ ਜੀਵਨ ਜਿਹੜਾ ਹੈ ਉਹ ਵੀ ਫਿਰ ਦੁੱਖਾਂ ਭਰਿਆ, ਮੁਸ਼ਕਲਾਂ ਭਰਿਆ, ਬੜਾ ਦੁੱਖਾਂ ਦੇ ਵਿੱਚ ਬਤੀਤ ਹੁੰਦਾ ਹੈ। ਹੁਣ ਗੱਲ ਕੀਤੀ ਭਰਮ ਦੀ, ਭਾਦੋਏ ਭਰਮ ਭੁਲਾਣੀਆਂ। ਹੁਣ ਭਰਮ ਦੇ ਕਰਕੇ ਜੀਵ ਵਾਹਿਗੁਰੂ ਦੇ ਚਰਨਾਂ ਤੋਂ ਦੂਰ ਹੋਇਆ, ਪਤੀ ਪਰਮੇਸ਼ਰ ਨੂੰ ਵਿਸਾਰਿਆ। ਭਰਮ ਜਿਸ ਨੂੰ ਭੁਲੇਖਾ ਵੀ ਆਪਾਂ ਕਹਿੰਦੇ ਆ। ਹੁਣ ਭੁਲੇਖੇ ਦੇ ਵਸ ਭਰਮ ਵਿੱਚ ਪੈ ਕੇ ਅਸੀਂ ਬਹੁਤ ਸਾਰੇ ਇਹੋ ਜਿਹੇ ਕਰਮ ਵੀ ਕਰੀ ਜਾਂਦੇ ਆ ਜਿਹੜੇ ਗੁਰਮਤਿ ਤੋਂ ਉਲਟ ਨੇ, ਜਾਂ ਜਿਨ੍ਹਾਂ ਕਰਮਾਂ ਨੂੰ ਕਰਨ ਵਾਸਤੇ ਮਰਿਆਦਾ ਸਾਨੂੰ ਆਗਿਆ ਨਹੀਂ ਦਿੰਦੀ। ਅਸੀਂ ਭਰਮਾਂ ਵਿੱਚ ਪੈ ਕੇ ਉਹਨੂੰ ਧਰਮ ਸਮਝ ਬੈਠਦੇ ਆ ਤੇ ਉਹ ਕਰਮ ਕਰਨੇ ਸ਼ੁਰੂ ਕਰ ਦਿੰਦੇ ਆ। ਹੁਣ ਭਰਮ ਪੈਦਾ ਕਦੋਂ ਹੁੰਦਾ ਹੈ? ਅਗਿਆਨਤਾ ਦੇ ਕਰਕੇ ਭਰਮ ਪੈਦਾ ਹੁੰਦਾ ਹੈ। ਜਦੋਂ ਮਨੁੱਖ ਦੇ ਕੋਲ ਪੂਰਨ ਗਿਆਨ ਹੋਵੇ, ਉਦੋਂ ਅਸੀਂ ਕਿਸੇ ਭੁਲੇਖੇ ਵਿੱਚ ਭਰਮ ਵਿੱਚ ਨਹੀਂ ਪੈਂਦੇ। ਤੁਸੀਂ ਇੱਕ ਸੜਕ ਦੇ ਉੱਪਰ ਜਾ ਰਹੇ ਹੋ, ਅੱਗੇ ਜਾ ਕੇ ਦੋ ਸੜਕਾਂ ਬਣ ਗਈਆਂ ਇੱਕ ਦੀਆਂ। ਹੁਣ ਤੁਹਾਡੇ ਕੋਲ ਪੂਰਾ ਗਿਆਨ ਨਹੀਂ ਹੈ ਕਿ ਜਿਸ ਮੰਜ਼ਿਲ ਤੇ ਮੈਂ ਜਾਣਾ ਹੈ ਉਸ ਮੰਜ਼ਿਲ ਤੇ ਕਿਹੜੀ ਸੜਕ ਜਾਂਦੀ ਹੈ। ਇੱਕ ਸੜਕ ਤੋਂ ਬਾਅਦ ਦੋ ਸੜਕਾਂ ਬਣ ਗਈਆਂ, ਕਈ ਵਾਰੀ ਚੁਰਸਤਾ ਆ ਜਾਂਦਾ ਏ। ਹੁਣ ਸਾਡੇ ਕੋਲ ਗਿਆਨ ਨਹੀਂ ਹੈ ਕਿ ਜਿਸ ਮੰਜ਼ਿਲ ਤੇ ਮੈਂ ਪਹੁੰਚਣਾ ਉੱਥੇ ਕਿਹੜੀ ਸੜਕ ਜਾਂਦੀ ਹੈ। ਅਸੀਂ ਭਰਮ ਵਿੱਚ ਪੈ ਜਾਵਾਂਗੇ, ਭੁੱਲ ਜਾਵਾਂਗੇ, ਭੁਲੇਖੇ ਕਰਕੇ ਕਈ ਵੇਰਾਂ ਗਲਤ ਰਸਤੇ ਤੇ ਪੈ ਜਾਂਦੇ ਆ ਤੇ ਬਹੁਤ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਵੀ ਮੰਜ਼ਿਲ ਨਹੀਂ ਮਿਲਦੀ ਤੇ ਬੰਦਾ ਥੱਕ ਹਾਰ ਕੇ ਪਰੇਸ਼ਾਨ ਹੋ ਜਾਂਦਾ। ਇਹੋ ਹਾਲਤ ਮਨੁੱਖ ਦੀ ਬਣੀ ਹੋਈ ਹੈ। ਅਗਿਆਨਤਾ ਦੇ ਵਸ ਭਰਮ ਦੇ ਵਿੱਚ ਪੈ ਕੇ ਤੇ ਧਰਮ ਦੇ ਨਾਂ ਤੇ ਕਈ ਕਰਮ ਕਾਂਡ ਕਰਨ ਵਿੱਚ ਰੁੱਝਾ ਹੋਇਆ ਬੰਦਾ, ਬਹੁਤ ਸਾਰੇ ਕਰਮ ਕਾਂਡ ਕਰਨ ਵਿੱਚ ਰੁੱਝਾ ਹੋਇਆ। ਭਰਮ ਵਿੱਚ ਪੈ ਕੇ, ਭੁਲੇਖੇ ਵਿੱਚ ਪੈ ਕੇ ਪੂਰੇ ਗੁਰੂ ਨੂੰ ਛੱਡ ਬੈਠਦਾ ਏ ਤੇ ਕਈ ਵਾਰੀ ਪੂਰੇ ਗੁਰੂ ਨੂੰ ਛੱਡ ਕੇ ਅਖੌਤੀ ਦੇ ਧਾਰੀਆਂ ਦੇ ਪਿੱਛੇ ਵੀ ਬੰਦਾ ਭੱਜਦਾ ਕਿ ਸ਼ਾਇਦ ਉਹਨਾਂ ਦੇ ਕੋਲੋਂ ਕੋਈ ਸੁੱਖ ਆਰਾਮ ਦਾ ਸਾਧਨ ਮੈਨੂੰ ਮਿਲ ਜਾਏ। ਤੇ ਸਤਿਗੁਰੂ ਜੀ ਨੇ ਆਖਿਆ, ਭਰਮ ਵਿੱਚ ਪੈ ਕੇ ਜਿੰਨਾ ਤੂੰ ਮਰਜ਼ੀ ਭਟਕਦਾ ਰਹੋ, ਕਦੇ ਵੀ ਸੁੱਖ ਨਹੀਂ ਮਿਲ ਸਕਦੇ, ਕਦੇ ਵੀ ਜ਼ਿੰਦਗੀ ਦੇ ਵਿੱਚ ਤੈਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਭੁਲੇਖੇ ਦੀ, ਗੱਲ ਕੀਤੀ ਭਰਮ ਦੀ, ਕਿ ਜਦੋਂ ਬੰਦਾ ਕਿਸੇ ਭਰਮ ਭੁਲੇਖੇ ਵਿੱਚ ਪੈ ਜਾਂਦਾ ਹੈ ਨਾ ਤੇ ਉਹਨੂੰ ਕੋਈ ਸੁੱਖ ਆਨੰਦ ਨਹੀਂ ਮਿਲਦਾ, ਸਗੋਂ ਉਹਨੂੰ ਪਰੇਸ਼ਾਨ ਤੇ ਖੱਜਲ ਖੁਆਰ ਹੋਣਾ ਪੈਂਦਾ ਹੈ। ਭਾਈ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ। ਇਹ ਉਦਾਹਰਨਾਂ ਸਾਡੇ ਆਮ ਜੀਵਨ ਦੇ ਨਾਲ ਸੰਬੰਧਿਤ ਨੇ। ਭਾਈ ਸਾਹਿਬ ਕਹਿੰਦੇ ਨੇ ਘਰ ਦੇ ਅੰਦਰ ਗਾਂ ਨੂੰ ਚੋਣ ਵਾਸਤੇ ਵੱਛਾ ਜਿਹੜਾ ਛੱਡਿਆ ਜਾਂਦਾ ਹੈ ਵੀ ਉਹ ਜਾ ਕੇ ਗਾਂ ਦਾ ਦੁੱਧ ਚੁੰਗੇਗਾ। ਗਾਂ ਪਸੰਦ ਪੈਂਦੀ ਹੈ, ਦੁੱਧ ਲਾਹ ਆਉਂਦੀ ਹੈ, ਫਿਰ ਉਸ ਤੋਂ ਬਾਅਦ ਵੱਛੇ ਨੂੰ ਬੰਨ੍ਹ ਕੇ ਤੇ ਗਾਂ ਦਾ ਦੁੱਧ ਚੋ ਲਿਆ ਜਾਂਦਾ। ਕਹਿੰਦੇ ਹੁਣ ਗਾਂ ਇੱਕ ਨਹੀਂ ਹੈ, ਗਾਵਾਂ ਕਈ ਖੜੀਆਂ ਹੋਈਆਂ ਨੇ। ਤੇ ਜਦੋਂ ਵੱਛੇ ਨੂੰ ਛੱਡਿਆ, ਕਿੱਲੇ ਤੋਂ ਖੋਲਿਆ ਨਾ, ਤੇ ਉਹ ਭੱਜ ਕੇ ਗਾਂ ਦੇ ਥੱਲੇ ਜਾ ਕੇ ਤੇ ਥਣਾ ਨੂੰ ਮੂੰਹ ਮਾਰਨ ਲੱਗ ਪਿਆ। ਪਰ ਭੁਲੇਖਾ ਪੈ ਗਿਆ ਉਹਨੂੰ। ਉਹ ਜਿਹੜੀ ਗਾਂ ਦੇ ਥਣਾ ਨੂੰ ਮੂੰਹ ਮਾਰ ਰਿਹਾ ਸੀ ਨਾ, ਉਹਦੀ ਮਾਂ ਨਹੀਂ ਸੀ, ਉਹ ਕੋਈ ਹੋਰ ਦੂਸਰੀ ਗਾਂ ਸੀ। ਤੇ ਭਾਈ ਸਾਹਿਬ ਕਹਿੰਦੇ ਉਹ ਭੁਲੇਖੇ ਕਾਰਨ ਉਹ ਹੁਣ ਦੂਜੀ ਗਾਂ ਥੱਲੇ ਜਾ ਕੇ ਦੁੱਧ ਚੁੰਗਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਗਾਂ ਨੇ ਦੁੱਧ ਤਾਂ ਕੀ ਦੇਣਾ ਸੀ ਉਹਨੂੰ। ਉਹ ਛੜਾਂ ਲੱਤਾਂ ਮੂੰਹ ਤੇ ਮਾਰੀਆਂ। ਜਦੋਂ ਛੜਾਂ ਵੱਜੀਆਂ, ਲੱਤਾਂ ਵੱਜੀਆਂ, ਮੂੰਹ ਭੰਨ ਦਿੱਤਾ ਉਸ ਗਾਂ ਨੇ। ਫਿਰ ਅਗਲੇ ਪਾਸੇ ਜਾ ਕੇ ਆਪਣੀ ਮਾਂ ਦੇ ਕੋਲ ਜਦੋਂ ਪਹੁੰਚਿਆ ਨਾ,
ਤੇ ਭਾਈ ਸਾਹਿਬ ਕਹਿੰਦੇ ਉੱਥੇ ਉਹਨੂੰ ਦੁੱਧ ਹੀ ਨਹੀਂ ਮਿਲਿਆ, ਉੱਥੇ ਪਿਆਰ ਵੀ ਮਿਲਿਆ। ਗਾਂ ਨੇ ਆਪਣੇ ਵੱਛੇ ਨੂੰ ਚੱਟਣਾ ਸ਼ੁਰੂ ਕਰ ਦਿੱਤਾ, ਪਿਆਰ ਦੁਲਾਰ ਕਰਨਾ ਸ਼ੁਰੂ ਕਰ ਦਿੱਤਾ, ਦੁੱਧ ਵੀ ਪਿਆਇਆ, ਪਿਆਰ ਵੀ ਕੀਤਾ। ਪਰ ਜਦੋਂ ਭਰਮ ਵਿੱਚ ਪੈ ਕੇ ਆਪਣੀ ਮਾਂ ਨੂੰ ਛੱਡ ਕੇ ਕਿਤੇ ਹੋਰ ਪਾਸੇ ਤੁਰ ਗਿਆ ਤੇ ਉੱਥੇ ਨਾ ਦੁੱਧ ਮਿਲਿਆ, ਨਾ ਕੋਈ ਪਿਆਰ ਸਤਿਕਾਰ ਮਿਲਿਆ, ਉਲਟਾ ਲੱਤਾਂ ਖਾਣੀਆਂ ਪਈਆਂ। ਭਾਈ ਸਾਹਿਬ ਕਹਿੰਦੇ ਜੈਸੇ ਬਸ਼ਰਾ ਬਿਸ਼ਰ ਪਰੈ ਆਣ ਗਾਏ ਥਣ, ਦੁਗਧ ਨਾ ਪਾਣ ਕਰੈ ਮਾਰਤ ਹੈ ਲਾਤ ਕੀ। ਕਹਿੰਦੇ ਦੁੱਧ ਤੇ ਕੀ ਪੀਣਾ ਸੀ, ਲੱਤਾਂ ਛੜਾਂ ਖਾਣੀਆਂ ਪਈਆਂ। ਜੈਸੇ ਬਸ਼ਰਾ ਬਿਸ਼ਰ ਪਰੇ ਆਣ ਗਾਏ ਥਣ, ਦੁਗਧ ਨਾ ਪਾਣ ਕਰੇ ਮਾਰਤ ਹੈ ਲਾਤ ਕੀ। ਤੇ ਦੂਜੀ ਉਦਾਹਰਨ ਦਿੱਤੀ ਭਾਈ ਸਾਹਿਬ ਜੀ ਨੇ, ਕਹਿੰਦੇ ਇੱਕ ਹੰਸ ਮਾਨ ਸਰੋਵਰ ਤੇ ਰਹਿਣ ਵਾਲਾ, ਉਹ ਉੱਡਿਆ ਤੇ ਵੇਖਿਆ ਕਿ ਪਾਣੀ ਦਾ ਇੱਕ ਛੱਪੜ ਹੈ। ਭੁਲੇਖਾ ਮਨ ਵਿੱਚ ਪੈ ਗਿਆ ਕਿ ਸ਼ਾਇਦ ਇੱਥੇ ਵੀ ਹੀਰੇ ਮੋਤੀ ਮਿਲ ਜਾਣਗੇ, ਇੱਥੇ ਬਹਿ ਕੇ ਵੇਖਾਂ, ਇੱਥੋਂ ਕੋਈ ਖੁਰਾਕ ਪ੍ਰਾਪਤ ਕਰ ਲਵਾਂ। ਪਰ ਹੋਇਆ ਕਿ ਜਿਉਂ ਹੀ ਹੰਸ ਨੇ ਆ ਕੇ ਛੱਪੜ ਦੇ ਵਿੱਚ ਚੁੱਭੀ ਲਾਈ, ਹੀਰੇ ਮੋਤੀ ਤੇ ਕੀ ਮਿਲਨੇ ਸੀ, ਚਿੱਕੜ ਦੇ ਨਾਲ ਉਹ ਭਰ ਗਿਆ। ਬਹੁਤ ਦੁਖੀ ਹੋਇਆ, ਖੱਜਲ ਖੁਆਰ ਹੋਇਆ, ਭੁੱਖਾ ਰਹਿਣਾ ਪਿਆ। ਤੇ ਜਦੋਂ ਵੇਖਿਆ ਕਿ ਇੱਥੇ ਤੇ ਕੁਝ ਵੀ ਨਹੀਂ, ਮੈਂ ਤੇ ਭੁਲੇਖੇ ਦੇ ਨਾਲ ਛੱਪੜ ਤੇ ਆ ਗਿਆ, ਫਿਰ ਉਹ ਡਾਰੀ ਮਾਰ ਕੇ ਵਾਪਸ ਚਲਿਆ ਗਿਆ। ਤੇ ਭਾਈ ਸਾਹਿਬ ਕਹਿੰਦੇ ਜੈਸੇ ਹੰਸ ਮਾਨ ਸਰ ਤਿਆਗ, ਆਣ ਸਰ ਜਾਏ ਹੰਸ, ਖਾਤ ਨਾ ਮੁਕਤਾ ਫਲ, ਭੁਗਤ ਜੋ ਗਾਤ ਕੀ। ਕਹਿੰਦੇ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਹੋਰ ਸਰੋਵਰ ਤੇ ਚਲਿਆ ਗਿਆ, ਕਿਤੇ ਛੱਪੜ ਤੇ ਚਲਿਆ ਗਿਆ ਹੰਸ। ਕਹਿੰਦੇ ਉੱਥੇ ਜਿੰਨੀਆਂ ਮਰਜ਼ੀ ਚੁੱਭੀਆਂ ਮਾਰ ਲਵੇ, ਕਹਿੰਦੇ ਉੱਥੇ ਮੋਤੀ ਨਹੀਂ ਮਿਲਨੇ, ਕਿਉਂਕਿ ਮੋਤੀ ਤੇ ਮਾਨ ਸਰੋਵਰ ਵਿੱਚ ਹੀ ਮਿਲਦੇ ਨੇ, ਛੱਪੜਾਂ ਦੇ ਨਹੀਂ ਹੁੰਦੇ। ਕਹਿੰਦੇ ਜੈਸੇ ਮਾਨ ਸਰ ਛਾੜ ਆਣ ਸਰ ਤਿਆਗ ਹੰਸ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਕਹਿੰਦੇ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਛੱਪੜ ਤੇ ਭਟਕਦਾ ਰਿਹਾ, ਮੋਤੀ ਤਾਂ ਮਿਲੇ ਨਹੀਂ, ਹਾਲਤ ਬੜੀ ਮਾੜੀ ਹੋਈ। ਤੇ ਤੀਜੀ ਉਦਾਹਰਨ ਦਿੱਤੀ ਭਾਈ ਸਾਹਿਬ ਜੀ ਨੇ, ਜੈਸੇ ਰਾਜ ਦਵਾਰ ਤਜ ਆਣ ਦਵਾਰ ਜਾਤ ਜਨ, ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ। ਕਹਿੰਦੇ ਕੋਈ ਬੰਦਾ ਆਪਣੀ ਫਰਿਆਦ ਲੈ ਕਰਕੇ ਆਪਣੇ ਰਾਜੇ ਦੇ ਪਾਸ ਤੇ ਨਹੀਂ ਗਿਆ, ਕਿਸੇ ਹੋਰ ਰਾਜੇ ਕੋਲ ਚਲਿਆ ਗਿਆ। ਉੱਥੇ ਜਾ ਕੇ ਆਪਣੀ ਫਰਿਆਦ ਰੱਖੀ ਵੀ ਆਹ ਦੁੱਖ ਹੈ ਮੈਨੂੰ। ਕਹਿੰਦੇ ਉੱਥੇ ਉਹਦੀ ਮੁਸ਼ਕਲ ਸਮੱਸਿਆ ਤਾਂ ਕੀ ਹੱਲ ਹੋਣੀ ਸੀ, ਸਭਾ ਦੇ ਵਿੱਚ ਉਹਦਾ ਮਜ਼ਾਕ ਉੱਡਿਆ, ਉਹਦੀ ਖਿੱਲੀ ਉਡਾਈ ਗਈ। ਆਖਿਆ ਵੀ ਤੂੰ ਆਪਣੇ ਰਾਜੇ ਕੋਲ ਕਿਉਂ ਨਹੀਂ ਗਿਆ, ਤੂੰ ਇੱਧਰ ਕੀ ਲੈਣ ਆਇਆ ਹੈ, ਇਹ ਰਾਜ ਭਾਗ ਤੇਰਾ ਨਹੀਂ ਹੈ, ਤੂੰ ਆਪਣੀ ਸਮੱਸਿਆ ਆਪਣੇ ਰਾਜੇ ਕੋਲ ਲੈ ਕੇ ਜਾਣੀ ਸੀ, ਉੱਥੇ ਤੇਰੀ ਸਮੱਸਿਆ ਦਾ ਹੱਲ ਹੋਣਾ ਸੀ, ਤੂੰ ਇੱਥੇ ਕੀ ਲੈਣ ਆ ਗਿਆ ਹੈ। ਕਹਿੰਦੇ ਉਹਦਾ ਕੋਈ ਮਸਲਾ ਹੱਲ ਨਹੀਂ ਹੋਇਆ। ਸਭਾ ਦੇ ਵਿੱਚ ਲੋਕਾਂ ਨੇ ਉਹਦਾ ਮਜ਼ਾਕ ਉਡਾਇਆ ਤੇ ਉਹਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਇਸੇ ਤਰੀਕੇ ਭਾਈ ਸਾਹਿਬ ਨੇ ਅਖੀਰ ਦੇ ਵਿੱਚ ਇਸ ਗੱਲ ਦਾ ਤੱਤ ਸਾਰ ਸਾਡੇ ਸਾਹਮਣੇ ਰੱਖਿਆ ਏ ਕਿ ਗੁਰੂ ਦਾ ਸਿੱਖ ਭੁਲੇਖੇ ਵਸ ਭਰਮ ਵਿੱਚ ਪੈ ਕੇ ਅਗਿਆਨਤਾ ਦੇ ਕਰਕੇ ਜਦੋਂ ਗੁਰੂ ਦਾ ਦਰ ਛੱਡ ਬੈਠਦਾ ਏ, ਜਿੱਥੇ ਮਰਜ਼ੀ ਭਟਕਦਾ ਰਹੇ, ਉਹਦੀ ਕਿਤੇ ਵੀ ਸੁਣਵਾਈ ਨਹੀਂ, ਉਹਦੀ ਕਿਸੇ ਨੇ ਬਾਹ ਨਹੀਂ ਫੜਨੀ, ਉਹਦੀ ਕਿਸੇ ਨੇ ਪੱਤ ਨਹੀਂ ਰੱਖਣੀ, ਬੇਪੱਤ ਹੋ ਕੇ ਉਹਨੂੰ ਘਰ ਵਾਪਸ ਪਰਤਣਾ ਪਵੇਗਾ। ਜਿਸ ਤਰ੍ਹਾਂ ਭੁਲੇਖੇ ਨਾਲ ਵੱਛਾ ਆਪਣੀ ਮਾਂ ਨੂੰ ਛੱਡ ਕੇ ਦੂਜੀ ਗਾਂ ਥੱਲੇ ਚਲਿਆ ਗਿਆ, ਦੁੱਧ ਤੇ ਮਿਲਿਆ ਨਹੀਂ, ਲੱਤਾਂ ਹੀ ਖਾਣੀਆਂ ਪਈਆਂ। ਜੈਸੇ ਮਾਨਸਰ ਤਿਆਗ ਆਣ ਹੰਸਰ ਜਾਤ ਹੰਸ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਜਿਵੇਂ ਹੰਸ ਨੂੰ ਮਾਨ ਸਰੋਵਰ ਛੱਡ ਕੇ ਕਿਤੇੋਂ ਮੋਤੀ ਨਹੀਂ ਮਿਲੇ, ਤੇ ਜਿਵੇਂ ਇੱਕ ਦੁਖਿਆਰੇ ਮਨੁੱਖ ਨੂੰ ਕਿਸੇ ਹੋਰ ਰਾਜੇ ਨੇ ਸੁੱਖ ਨਹੀਂ ਦਿੱਤਾ, ਉਹਦਾ ਮਜ਼ਾਕ ਉਡਾਇਆ, ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ
ਤੈਸੇ ਗੁਰ ਸਿੱਖ ਆਨ ਦੇਵ ਕੀ ਸ਼ਰਨ ਜਾਹੇ ਰਹਿਓ ਨਾ ਸਖਤ ਰਾਖ ਸਖਤ ਨਾ ਪਾਤ ਕੀ। ਕਹਿੰਦੇ ਸਤਿਗੁਰੂ ਨੂੰ ਛੱਡ ਕੇ ਜਦੋਂ ਕੋਈ ਭਰਮ ਵਿੱਚ ਪੈ ਕੇ ਕਿਸੇ ਹੋਰ ਕੋਲ ਚਲਿਆ ਜਾਂਦਾ ਹੈ ਨਾ, ਉੱਥੇ ਉਹਦੀ ਪੱਤ ਨਹੀਂ ਬਚਦੀ, ਉਹਨੂੰ ਇੱਜ਼ਤ ਨਹੀਂ ਮਿਲਦੀ। ਬੇਪੱਤ ਹੋ ਕੇ ਪਰੇਸ਼ਾਨ ਤੇ ਖੱਜਲ ਖੁਆਰ ਹੋ ਕੇ ਘਰ ਪਰਤਦਾ ਹੈ। ਪਰ ਜਦੋਂ ਗੁਰੂ ਦੇ ਦਰ ਤੇ ਆਏਗਾ, ਇੱਥੇ ਗੁਰੂ ਉਹਨੂੰ ਇੱਜ਼ਤ ਪੱਤ ਬਖਸ਼ਦਾ ਹੈ, ਆਪਣੇ ਗਲ ਨਾਲ ਲਾ ਲੈਂਦਾ ਹੈ, ਮਾਣ ਸਤਿਕਾਰ ਬਖਸ਼ਦਾ ਗੁਰੂ, ਤੇ ਸਿਰ ਤੇ ਹੱਥ ਧਰਦਾ ਹੈ, ਵਡਿਆਈਆਂ ਬਖਸ਼ਦਾ ਗੁਰੂ। ਪਰ ਭੁਲੇਖੇ ਬਸ ਜੇ ਕਿਤੇ ਕੋਈ ਹੋਰ ਚਲਿਆ ਜਾਏ ਤੇ ਭਾਈ ਸਾਹਿਬ ਕਹਿੰਦੇ ਉਹਦੀ ਇੱਜ਼ਤ ਕਿਤੇ ਨਹੀਂ ਰਹਿੰਦੀ, ਉਹਨੂੰ ਮਾਣ ਨਹੀਂ ਮਿਲਦਾ, ਉਹਨੂੰ ਸਨਮਾਨ ਨਹੀਂ ਮਿਲਦਾ। ਤੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਵੀ ਮਹਾਰਾਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਭਰਮ ਵਿੱਚ ਪੈ ਕੇ ਪਤੀ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਨਾਲ ਨੇਹ ਬਣਾ ਲਿਆ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਹੁਣ ਪਤਨੀ ਦੇ ਮਨ ਵਿੱਚ ਪਤੀ ਤੋਂ ਬਗੈਰ ਕਿਸੇ ਹੋਰ ਦੇ ਪ੍ਰਤੀ ਵੀ ਸਨੇਹ ਪਿਆਰ ਹੋਵੇ ਤੇ ਫਿਰ ਉਹਦੇ ਕੀਤੇ ਹਾਰ ਸ਼ਿੰਗਾਰ ਉਹ ਕਿਸੇ ਕੰਮ ਨਹੀਂ ਹੁੰਦੇ। ਸਖੀ ਕਾਜਲ ਹਾਰ ਤੰਬੋਲ ਸਭੇ ਕੇ ਸਾਜਿਆ, 16 ਕੀ ਸ਼ਿੰਗਾਰ ਕੇ ਅੰਜਣ ਪਾਜਿਆ। ਜੇ ਕਰ ਆਵੇ ਕੰਤ ਤਾਂ ਸਭ ਕਿਛ ਪਾਈਏ, ਹਰ ਹਾਂ ਕੰਤੇ ਬਾਜ ਸ਼ਿੰਗਾਰ ਸਭ ਬਿਰਥਾ ਜਾਈਏ। ਮਹਾਰਾਜ ਕਹਿੰਦੇ ਜੇ ਤੇਰਾ ਪਤੀ ਤੇਰੇ ਨਾਲ ਨਹੀਂ ਹੈ, ਤੇਰੀ ਪਤੀ ਨਾਲ ਬਣ ਨਹੀਂ ਆਈ, ਤੇ ਤੇਰੇ ਇਹ ਕੀਤੇ ਸ਼ਿੰਗਾਰ ਕਿਸੇ ਕੰਮ ਨਹੀਂ। ਜੇ ਗੁਰੂ ਸਾਹਿਬ ਜੀ ਦੇ ਪ੍ਰਤੀ, ਅਕਾਲ ਪੁਰਖ ਦੇ ਪ੍ਰਤੀ ਸਾਡੇ ਮਨ ਵਿੱਚ ਪੂਰਨ ਵਿਸ਼ਵਾਸ ਭਰੋਸਾ ਨਿਸ਼ਚਾ ਨਹੀਂ, ਅੰਦਰ ਸੱਚੀ ਪ੍ਰੀਤ ਨਹੀਂ ਹੈ, ਅਸੀਂ ਬਾਹਰੋਂ ਵਿਖਾਵੇ ਮਾਤਰ ਜਿੰਨੇ ਮਰਜੀ ਧਰਮ ਦੇ ਕਰਮ ਕਰੀਏ। ਇੱਥੇ ਸ਼ਿੰਗਾਰ ਤੋਂ ਭਾਵ ਧਰਮ ਦੇ ਕਰਮ ਕਰਨੇ। ਕਹਿੰਦੇ ਸਾਰੇ ਸਾਡੇ ਕੀਤੇ ਕਰਮ ਨਿਸਫਲ ਫੋਕਟ ਤੇ ਵਿਅਰਥ ਹਨ, ਉਹ ਕਿਸੇ ਲੇਖੇ ਵਿੱਚ ਨਹੀਂ ਪੈਣਗੇ। ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਪਤੀ ਨੂੰ ਵਿਸਾਰ ਕੇ ਕਿਸੇ ਹੋਰ ਨਾਲ ਨੇ ਪਾ ਲਿਆ, ਭਰਮ ਵਿੱਚ ਪੈ ਕੇ ਕਈ ਤਰ੍ਹਾਂ ਦੇ ਧਰਮ ਕਰਮ ਅਡੰਬਰ ਕਰਦੇ ਰਹੇ। ਕਹਿੰਦੇ ਪਰ ਪ੍ਰਾਪਤੀ ਕੁਝ ਵੀ ਨਹੀਂ ਹੋਣੀ। ਭਾਈ ਇਹ ਸਰੀਰ ਜਿਹੜਾ ਹੈ ਇੱਕ ਦਿਨ ਬਿਨਸ ਜਾਣਾ ਹੈ, ਇੱਕ ਦਿਨ ਨਾਸ ਹੋ ਜਾਏਗਾ। ਤੇ ਜਿਸ ਦਿਨ ਇਸ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਹੋ ਗਏ, ਕਿਸੇ ਨੇ ਨੇੜੇ ਨਹੀਂ ਆਉਣਾ, ਸਾਰੇ ਤੇਰੇ ਤੋਂ ਦੂਰ ਭੱਜਣਗੇ, ਕਹਿਣਗੇ ਇਹ ਤੇ ਬੀਤ ਚੁੱਕਾ ਹੈ, ਇਹ ਤੇ ਖਤਮ ਹੋ ਗਿਆ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਕਹਿੰਦੇ ਤੇ ਭੂਤ ਬਣ ਗਿਆ, ਇਹਦੇ ਕੋਲੋਂ ਡਰ ਆਉਂਦਾ ਹੁਣ। ਤੇ ਬਾਣੀ ਦੇ ਵਿੱਚ ਵੀ ਮਹਾਰਾਜ ਕਹਿੰਦੇ ਨੇ, ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਕਹਿੰਦੇ ਘਰ ਵਾਲੀ ਪਤਨੀ ਜਿਹਦੇ ਨਾਲ ਬੜਾ ਸਨੇਹ ਸੀ, ਭਾਵੇਂ ਧੀਆਂ ਪੁੱਤਰਾਂ ਦੀ ਗੱਲ ਕਰੀਏ, ਮਾਤਾ ਪਿਤਾ ਦੀ ਗੱਲ ਕਰ ਲਈਏ, ਕਹਿੰਦੇ ਕੋਈ ਵੀ ਜਿਹੜਾ ਹੈ ਤੇਰੇ ਨੇੜੇ ਨਹੀਂ ਲੱਗੇਗਾ, ਸਾਰੇ ਹੀ ਤੇਰੇ ਤੋਂ ਦੂਰ ਹੋ ਜਾਣਗੇ। ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਤ। ਕਹਿੰਦੇ ਕਿਸੇ ਨੂੰ ਭੇਤ ਹੀ ਨਹੀਂ ਆਉਣਾ। ਜਦੋਂ ਧਰਮਰਾਜ ਦੇ ਭੇਜੇ ਦੂਤ ਲੈ ਕੇ ਜਾਣਗੇ, ਕਹਿੰਦੇ ਕਿਸੇ ਨੂੰ ਭੇਤ ਨਹੀਂ ਆਉਣਾ ਵੀ ਤੈਨੂੰ ਕਿੱਥੇ ਲੈ ਕੇ ਗਏ ਨੇ। ਭੇਤ ਚੇਤ ਹਰ ਕਿਸੇ ਨਾਲ ਮਿਲਿਆ, ਜਾਂ ਜਮ ਪਕੜ ਚਲਾਇਆ। ਕਹਿੰਦੇ ਕਿਸੇ ਨੂੰ ਕੋਈ ਭੇਤ ਨਹੀਂ ਆਉਂਦਾ। ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਆ, ਇੱਕ ਦੱਜੈ ਇੱਕ ਦੱਬੀਏ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਸੱਟੀਏ, ਇੱਕ ਪੀ ਫਿਰ ਹਸਨ ਪਾਹੇ। ਨਾਨਕ ਏਵ ਨਾ ਜਾਪਈ
ਕਿੱਥੇ ਜਾਏ ਸਮਾਹੇ। ਕਹਿੰਦੇ ਕਿਸੇ ਨੂੰ ਕੋਈ ਪਤਾ ਨਹੀਂ ਇਹ ਜੀਵ ਕਿੱਥੇ ਚਲਿਆ ਗਿਆ ਹੈ, ਕਿਸੇ ਨੂੰ ਕੋਈ ਭੇਤ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਕਹਿੰਦੇ ਜਿਨ੍ਹਾਂ ਨਾਲ ਹੇਤ ਪਿਆਰ ਬਣਾਇਆ ਹੋਇਆ ਸੀ, ਜਿਨ੍ਹਾਂ ਦੇ ਬਾਰੇ ਤੂੰ ਕਹਿੰਦਾ ਸੀ ਇਹ ਮੇਰੇ ਆਪਣੇ ਨੇ, ਇਹ ਮੇਰੇ ਕਰੀਬੀ ਨੇ, ਇਹ ਮੇਰੇ ਦਿਲ ਦੇ ਬਹੁਤ ਨੇੜੇ ਨੇ, ਇਹ ਮੇਰੇ ਖਾਸ ਨੇ, ਕਹਿੰਦੇ ਸਾਰੇ ਛੱਡ ਕੇ ਪਾਸੇ ਹੋ ਜਾਂਦੇ ਨੇ। ਕਈ ਵਾਰ ਤੇ ਇਉਂ ਵੀ ਹੁੰਦਾ ਕਿ ਸਕੇ ਧੀਆਂ ਪੁੱਤਰ ਵੀ ਅੰਤ ਵੇਲੇ ਜਦੋਂ ਕਿਸੇ ਪ੍ਰਾਣੀ ਨੂੰ ਇਸ਼ਨਾਨ ਕਰਾਇਆ ਜਾਂਦਾ, ਅੰਤਲੀਆਂ ਰਸਮਾਂ ਹੁੰਦੀਆਂ ਨੇ, ਤਾਂ ਉਹਨਾਂ ਦਾ ਜੀ ਨਹੀਂ ਕਰਦਾ ਕਿ ਅਸੀਂ ਆਪਣੇ ਹੱਥੀਂ ਸਾਰਾ ਕੁਝ ਕਰੀਏ। ਉਹ ਪਿਛਾਂਹ ਹਟ ਕੇ ਡਰ ਕੇ ਖੜੇ ਰਹਿੰਦੇ ਨੇ ਵੀ ਕਿਵੇਂ ਨੇੜੇ ਜਾਈਏ। ਤੇ ਕਰੋਨਾ ਕਾਲ ਵਿੱਚ ਤੇ ਬਿਲਕੁਲ ਕੋਈ ਨੇੜੇ ਲੱਗਿਆ ਹੀ ਨਹੀਂ ਹੈ। ਕੁਝ ਖਾਸ ਬੰਦੇ ਸਨ ਸ਼ਮਸ਼ਾਨ ਘਾਟ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਅੰਤਮ ਸੰਸਕਾਰ ਕਰਵਾਏ ਨੇ। ਸਕੇ ਧੀਆਂ ਪੁੱਤਰ ਵੀ ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ। ਉਹ ਛੱਡ ਕੇ ਪਾਸੇ ਹੋ ਜਾਂਦੇ ਸੀ, ਕਹਿੰਦੇ ਵੀ ਦੂਰ ਹੀ ਰਹੋ ਇਹਦੇ ਤੋਂ, ਪਤਾ ਨਹੀਂ ਕੋਈ ਭਿਆਨਕ ਬਿਮਾਰੀ ਸਾਨੂੰ ਵੀ ਨਾ ਚਿੰਬੜ ਜਾਏ। ਅੱਜ ਇਹ ਸਾਰੀਆਂ ਚੀਜ਼ਾਂ ਪ੍ਰਤੱਖ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ। ਕਹਿੰਦੇ ਖਿਣ ਵਿੱਚ ਹੀ ਛੱਡ ਕੇ ਪਿੱਛੇ ਹੋ ਜਾਣਗੇ ਜਿਨ੍ਹਾਂ ਨਾਲ ਬੜਾ ਪ੍ਰੇਮ ਸੀ। ਕਹਿੰਦੇ ਜਦੋਂ ਕਿਸੇ ਮਨੁੱਖ ਦੇ ਉੱਪਰ ਇਹ ਅੰਤ ਸਮਾਂ ਆਉਂਦਾ ਏ ਤੇ ਕੀ ਹੁੰਦਾ ਫਿਰ? ਹੱਥ ਮਰੋੜੇ ਤਨ ਕੱਪੇ ਸਿਆਹੋਂ ਹੋਆ ਸੇਤ। ਕਹਿੰਦੇ ਭਰਮ ਵਿੱਚ ਪੈ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰਿਆ ਹੋਇਆ, ਧੀਆਂ ਪੁੱਤਰਾਂ ਪਰਿਵਾਰ ਦੇ ਮੋਹ ਵਿੱਚ ਪੈ ਕੇ ਪਤਾ ਨਹੀਂ ਕੀ ਕੀ ਕਰਦਾ ਰਿਹਾ। ਕਹਿੰਦੇ ਆਖਰਕਾਰ ਕੋਈ ਵੀ ਨੇੜੇ ਨਾ ਲੱਗਾ। ਜਦੋਂ ਮੌਤ ਆਈ, ਸੱਦਾ ਆਇਆ, ਤੇ ਉਦੋਂ ਸਾਹਿਬ ਜੀ ਕਹਿੰਦੇ ਹੱਥ ਮਰੋੜੈ। ਹੱਥ ਮਰੋੜੇ ਤੋਂ ਭਾਵ ਬੰਦਾ ਹੱਥ ਮਲਦਾ ਰਹਿ ਜਾਂਦਾ ਏ, ਯਤਨ ਕਰਦਾ ਹੈ ਕਿਵੇਂ ਨਾ ਕਿਵੇਂ ਮੈਂ ਬਚ ਜਾਵਾਂ, ਇਸ ਸੰਸਾਰ ਤੋਂ ਮੈਨੂੰ ਜਾਣਾ ਨਾ ਪਵੇ। ਪਰ ਹਜੂਰ ਕਹਿੰਦੇ ਨੇ ਤਨ ਕੱਪੇ, ਕਹਿੰਦੇ ਉਸ ਵੇਲੇ ਤਨ ਨੂੰ ਬੜਾ ਕਸ਼ਟ ਹੁੰਦਾ ਹੈ। ਬਾਬਾ ਫਰੀਦ ਸਾਹਿਬ ਵੀ ਕਹਿੰਦੇ ਨੇ ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜਕਾਏ। ਇਸ ਸਰੀਰ ਦੇ ਵਿੱਚੋਂ ਜਦੋਂ ਜੀਵ ਆਤਮਾ ਨੂੰ ਕੱਢਿਆ ਜਾਂਦਾ ਹੈ, ਬੜਾ ਕਸ਼ਟ ਵਾਲਾ ਉਹ ਸਮਾਂ। ਤੇ ਮਹਾਰਾਜ ਕਹਿੰਦੇ ਹੱਥ ਮਰੋੜੇ ਤਨ ਕੱਪੇ ਸਿਆਹੋਂ ਹੋਆ ਸੇਤ। ਸਿਆਹ ਕਹਿੰਦੇ ਨੇ ਕਾਲੇ ਨੂੰ, ਤੇ ਸੇਤ ਦਾ ਭਾਵ ਹੈ ਚਿੱਟਾ। ਕਹਿੰਦੇ ਇੱਕ ਰੰਗ ਆਉਂਦਾ, ਇੱਕ ਰੰਗ ਜਾਂਦਾ। ਜਾਂ ਮੌਤ ਨੂੰ ਵੇਖ ਕੇ ਬੰਦੇ ਦਾ ਰੰਗ ਉੱਡ ਜਾਂਦਾ, ਰੰਗ ਬਦਲ ਜਾਂਦਾ ਏ। ਬੰਦੇ ਦੇ ਤਰੇਲੀਆਂ ਆਉਂਦੀਆਂ, ਪਸੀਨੇ ਨਾਲ ਬੰਦਾ ਨੁੱਚੜ ਜਾਂਦਾ ਏ। ਇਸ ਤਰ੍ਹਾਂ ਦਾ ਸਮਾਂ ਬਣ ਜਾਂਦਾ ਏ। ਤੇ ਮਹਾਰਾਜ ਕਹਿੰਦੇ ਹੱਥ ਮਰੋੜੈ ਤਨ ਕੱਪੇ ਸਿਆਹੋਂ ਹੋਆ ਸੇਤ। ਕਹਿੰਦੇ ਕੁਝ ਵੀ ਨਹੀਂ ਕਰ ਸਕਿਆ। ਕਹਿੰਦੇ ਮੌਤ ਆਈ, ਹੱਥ ਮਲਦਾ ਰਹਿ ਗਿਆ, ਤਨ ਨੂੰ ਬੜਾ ਕਸ਼ਟ ਆਇਆ। ਪਰ ਸਤਿਗੁਰੂ ਕਹਿੰਦੇ ਭਲਿਆ, ਅਸਲ ਵਿੱਚ ਜੋ ਸਾਰੀ ਜ਼ਿੰਦਗੀ ਤੂੰ ਕਰਮ ਕੀਤੇ ਨੇ, ਉਹਨਾਂ ਕਰਮਾਂ ਦਾ ਫਲ ਤੇ ਤੈਨੂੰ ਭੋਗਣਾ ਹੀ ਪਵੇਗਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਕਹਿੰਦੇ ਜਿਹੋ ਜੇ ਕਰਮ ਅਸੀਂ ਕਰ ਰਹੇ ਹਾਂ, ਉਹਦਾ ਫਲ ਭੁਗਤਣਾ ਪੈਂਦਾ। ਬੰਦਾ ਜਿੰਨਾ ਮਰਜ਼ੀ ਪਛਤਾਵਾ ਕਰੀ ਜਾਵੇ ਬਾਅਦ ਵਿੱਚ, ਪਰ ਕੀਤੇ ਕਰਮਾਂ ਦਾ ਫਲ ਭੁਗਤਣਾ ਹੀ ਪੈਣਾ ਹੈ। ਇਹ ਤੇ ਹੈ ਨਹੀਂ ਵੀ ਕਰਮ ਅਸੀਂ ਕੀਤੇ ਤੇ ਫਲ ਕੋ ਹੋਰ ਭੋਗੇ। ਮਹਾਰਾਜ ਕਹਿੰਦੇ ਇਹ ਅਸੂਲ ਇੱਥੇ ਨਹੀਂ ਚੱਲਦਾ। ਇੱਥੇ ਤੇ ਜੋ ਜੋ ਤੂੰ ਬੀਜਿਆ ਤੈਨੂੰ ਵੱਢਣਾ ਪਵੇਗਾ। ਤੇ ਬਾਬਾ ਫਰੀਦ ਸਾਹਿਬ ਦਾ ਬੜਾ ਪਿਆਰਾ ਸ਼ਲੋਕ ਹੈ, ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏਂ ਦਾ, ਪੈਦਾ ਲੋੜੇ ਪੱਟ।
ਕਹਿੰਦੇ ਕਿੱਕਰਾਂ ਬੀਜੀਆਂ ਤੇ ਆਸ ਇਹ ਲਾਈ ਬੈਠਾ ਕਿ ਬਹੁਤ ਵਧੀਆ ਕਿਸਮ ਦੇ ਅੰਗੂਰ ਜਿਹੜੇ ਨੇ ਉਹ ਮਿਲ ਜਾਣ। ਕਹਿੰਦੇ ਇਉਂ ਨਹੀਂ ਹੋ ਸਕਦਾ, ਜੇ ਕਿੱਕਰਾਂ ਬੀਜੀਆਂ ਨੇ ਤੇ ਅੰਗੂਰਾਂ ਦੀ ਆਸ ਨਾ ਰੱਖੀ, ਕੰਡੇ ਹੀ ਵੱਜਣਗੇ। ਜੇ ਭੇਡੂ ਦੀ ਉੱਨ ਕੱਤ ਰਿਹਾ ਤੇ ਰੇਸ਼ਮੀ ਕੱਪੜੇ ਦੀ ਆਸ ਨਾ ਰੱਖੀ। ਕੱਤਦਾ ਤੇ ਭੇਡੂ ਦੀ ਉੱਨ ਹੈ, ਆਸ ਲਾ ਕੇ ਬੈਠਾ ਰੇਸ਼ਮੀ ਕੱਪੜਾ ਪ੍ਰਾਪਤ ਹੋਵੇ। ਕਹਿੰਦੇ ਐਸਾ ਨਹੀਂ ਹੋ ਸਕਦਾ। ਤੇ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਸਵਾਲ ਰੱਖਿਆ, ਕਹਿੰਦੇ ਭਲਾ ਇਸ ਤਰ੍ਹਾਂ ਹੋਇਆ ਵੀ ਕਿਸੇ ਨੇ ਜ਼ਹਿਰ ਬੀਜਿਆ ਹੋਵੇ ਤੇ ਉਹ ਆਖੇ ਵੀ ਅੰਮ੍ਰਿਤ ਮਿਲੇ ਮੈਨੂੰ ਵਿੱਚੋਂ? ਕਹਿੰਦੇ ਨਹੀਂ। ਕਹਿੰਦੇ ਕੋਈ ਨਿਆਂ ਦੀ ਗੱਲ ਨਹੀਂ ਹੈ। ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ, ਇਹ ਨਿਆਓ। ਕਹਿੰਦੇ ਕਿੱਥੋਂ ਦਾ ਨਿਆਂ ਹੈ ਕਿ ਕੋਈ ਬੰਦਾ ਜ਼ਹਿਰ ਬੀਜ ਕੇ ਤੇ ਅੰਮ੍ਰਿਤ ਦੀ ਲਾਲਸਾ ਰੱਖੇ। ਕਹਿੰਦੇ ਜੇ ਜ਼ਹਿਰ ਬੀਜਿਆ ਹੈ ਤਾਂ ਬੀਜਿਆ ਹੋਈ ਚੀਜ਼ ਕਈ ਗੁਣਾ ਵੱਧ ਕੇ ਮਿਲਦੀ ਹੈ। ਬੀਜੀ ਹੋਈ ਚੀਜ਼ ਕਈ ਗੁਣਾ ਵੱਧ ਜਾਂਦੀ ਹੈ। ਖੇਤ ਦੇ ਵਿੱਚ 40 ਕਿਲੋ ਕਣਕ ਦਾ ਬੀ ਪਾਇਆ ਤੇ ਪਤਾ 20-25 ਕੁਇੰਟਲ ਬਣ ਕੇ ਮਿਲੀ ਤੁਹਾਨੂੰ ਉਹ ਕਣਕ, ਇੰਨੀ ਵੱਧ ਗਈ। ਕਹਿੰਦੇ ਇਸੇ ਤਰ੍ਹਾਂ ਜਿਹੜੇ ਮੰਦੇ ਕਰਮ ਤੂੰ ਕਰਦਾ, ਜਿਹੜੇ ਬੀਜ ਤੂੰ ਬੀਜਦਾ, ਉਹਦਾ ਫਲ ਤੈਨੂੰ ਕਈ ਗੁਣਾ ਵੱਧ ਕੇ ਮਿਲਣਾ ਏ। ਤੇ ਫਿਰ ਜੇ ਤੂੰ ਇਹ ਆਸ ਲਾ ਕੇ ਬੈਠਾ ਵੀ ਜ਼ਹਿਰ ਬੀਜ ਕੇ ਅੰਮ੍ਰਿਤ ਪ੍ਰਾਪਤ ਕਰ ਲਵਾਂਗਾ, ਕਹਿੰਦੇ ਤੇਰਾ ਵੱਡਾ ਭੁਲੇਖਾ ਹੈ। ਜ਼ਹਿਰ ਬੀਜੀਏ ਤੇ ਕਈ ਗੁਣਾ ਵੱਧ ਕੇ ਮਿਲੇਗੀ, ਜ਼ਹਿਰ ਹੀ ਮਿਲੇਗੀ। ਜੇ ਕਿਤੇ ਅੰਮ੍ਰਿਤ ਬੀਜਿਆ ਹੋਵੇ ਤੇ ਫਿਰ ਅੰਮ੍ਰਿਤ ਕਈ ਗੁਣਾ ਵੱਧ ਕੇ ਮਿਲਣਾ ਸੀ। ਜ਼ਹਿਰ ਬੀਜ ਕੇ ਅੰਮ੍ਰਿਤ ਦੀ ਆਸ ਨਾ ਰੱਖੀ। ਪਰ ਸੰਸਾਰ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਹੈ। ਮਨੁੱਖ ਕਹਿੰਦਾ ਮੈਂ ਜਿੰਨਾ ਮਰਜ਼ੀ ਮਾੜਾ ਕਰਮ ਕਰੀ ਜਾਵਾਂ, ਲੋਕਾਂ ਦਾ ਬੁਰਾ ਕਰੀ ਜਾਵਾਂ, ਪਰ ਮੇਰਾ ਬੁਰਾ ਨਹੀਂ ਹੋਣਾ ਚਾਹੀਦਾ, ਮੇਰੇ ਨਾਲ ਮਾੜਾ ਨਹੀਂ ਹੋਣਾ ਚਾਹੀਦਾ। ਮੈਂ ਲੋਕਾਂ ਨੂੰ ਜਿੰਨਾ ਮਰਜ਼ੀ ਕੌੜੇ ਫਿੱਕੇ ਬੋਲ ਬੋਲਾਂ, ਪਰ ਮੈਨੂੰ ਕੌੜੇ ਫਿੱਕੇ ਬੋਲ ਨਾ ਸੁਣਨੇ ਪੈਣ। ਲੋਕ ਮੈਨੂੰ ਜੀ ਹਜੂਰ ਕਹਿ ਕੇ ਬੁਲਾਉਣ, ਚੰਗਾ ਸਤਿਕਾਰ ਦੇਣ। ਮਹਾਰਾਜ ਕਹਿੰਦੇ ਜੇ ਤੂੰ ਦੁਨੀਆ ਦੇ ਅੰਦਰ ਸਤਿਕਾਰ ਚਾਹੁੰਦਾ ਏ ਤੇ ਤੈਨੂੰ ਵੀ ਮਿੱਠ ਬੋਲੜਾ ਬਣਨਾ ਪਵੇਗਾ। ਜੇ ਕਿਸੇ ਨੂੰ ਸਤਿਕਾਰ ਦਈਏ ਤੇ ਤਾਂ ਹੀ ਸਤਿਕਾਰ ਮਿਲਦਾ ਹੈ। ਤੇ ਜੇ ਕਿਸੇ ਨੂੰ ਅਸੀਂ ਸਤਿਕਾਰ ਦੇ ਨਹੀਂ ਸਕਦੇ ਤੇ ਸਤਿਕਾਰ ਦੀ ਆਸ ਵੀ ਨਹੀਂ ਰੱਖਣੀ ਚਾਹੀਦੀ। ਮਹਾਰਾਜ ਕਹਿੰਦੇ ਇੱਥੇ ਤੇ ਕਰਮ ਭੂਮੀ ਹੈ। ਜਿਹੋ ਜੇ ਬੀਜ ਬੀਜਾਂਗੇ, ਜਿਹੋ ਜੇ ਕਰਮ ਕਰਾਂਗੇ, ਉਹੋ ਜਿਹਾ ਫਲ ਸਾਨੂੰ ਮਿਲ ਜਾਏਗਾ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਤੇ ਸਾਹਿਬ ਜੀ ਕਹਿੰਦੇ ਕਿਸੇ ਭਰਮ ਵਿੱਚ ਪੈ ਕੇ, ਕਿਸੇ ਭੁਲੇਖੇ ਵਿੱਚ, ਕਹਿੰਦੇ ਜਿਹੜੇ ਗੁਰੂ ਕੇ ਚਰਨਾਂ ਤੋਂ ਦੂਰ ਹੋ ਜਾਂਦੇ ਨੇ ਨਾ, ਜਾਂ ਆਪਣੇ ਆਪ ਨੂੰ ਬਹੁਤ ਵੱਡੇ ਸਮਝਣ ਲੱਗ ਪੈਂਦੇ, ਹਉਮੈ ਹੰਕਾਰ ਵਿੱਚ ਪੈ ਜਾਂਦੇ, ਕਹਿੰਦੇ ਉਹ ਇਸ ਭਵਜਲ ਸਾਗਰ ਵਿੱਚ ਡੁੱਬ ਜਾਂਦੇ ਨੇ। ਭਵਜਲ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਜਦੋਂ ਬੰਦੇ ਕੋਲ ਅਗਿਆਨਤਾ ਹੋਵੇ, ਭਰਮ ਹੋਣ, ਤੇ ਬੰਦਾ ਫਿਰ ਹਉਮੈ ਹੰਕਾਰ ਨਾਲ ਭਰ ਜਾਂਦਾ ਹੈ। ਖਲੀਲ ਜਿਬਰਾਨ ਨੇ ਇੱਕ ਬੜੀ ਸੋਹਣੀ ਗਾਥਾ ਲਿਖੀ। ਕਹਿੰਦੇ ਸੂਰਜ ਚੜ੍ਹ ਰਿਹਾ ਸੀ ਤੇ ਇੱਕ ਬਿੱਲੀ ਬਾਹਰ ਨਿਕਲਦੀ ਹੈ। ਹੁਣ ਜਦੋਂ ਸੂਰਜ ਚੜ੍ਹ ਰਿਹਾ ਹੋਵੇ ਜਾਂ ਸੂਰਜ ਛਿਪ ਰਿਹਾ ਹੋਵੇ ਨਾ, ਤੇ ਉਦੋਂ ਪਰਛਾਵੇਂ ਬਹੁਤ ਵੱਡੇ ਵੱਡੇ ਬਣ ਜਾਂਦੇ ਨੇ। ਕਹਿੰਦੇ ਬਿੱਲੀ ਨੂੰ ਜਦੋਂ ਸੂਰਜ ਚੜ੍ਹਦੇ ਵਿੱਚ ਆਪਣੇ ਪਰਛਾਵੇਂ ਨੂੰ ਦੇਖਣ ਦਾ ਮੌਕਾ ਮਿਲਿਆ ਤੇ ਬਿੱਲੀ ਨੇ ਕੀ ਵੇਖਿਆ ਵੀ ਮੇਰਾ ਪਰਛਾਵਾਂ ਬਹੁਤ ਵੱਡਾ। ਤੇ ਵੱਡੇ ਪਰਛਾਵੇਂ ਨੂੰ ਵੇਖ ਕੇ ਬਿੱਲੀ ਦੇ ਮਨ ਵਿੱਚ ਭਰਮ ਪੈਦਾ ਹੋ ਗਿਆ। ਉਹ ਕਹਿੰਦੀ ਵੀ ਮੇਰਾ ਸਰੀਰ ਵੀ ਬੜਾ ਵੱਡਾ ਹੋਏਗਾ, ਜੇ ਪਰਛਾਵਾਂ ਵੱਡਾ ਏ ਮੇਰਾ ਸਰੀਰ ਵੀ ਬੜਾ ਵੱਡਾ ਹੋਏਗਾ। ਤੇ ਜੇ ਮੇਰਾ ਸਰੀਰ ਵੱਡਾ ਹੈ ਤੇ ਮੈਨੂੰ ਖੁਰਾਕ ਵੀ ਵੱਡੀ ਚਾਹੀਦੀ ਹੈ, ਸ਼ਿਕਾਰ ਵੀ ਵੱਡਾ ਚਾਹੀਦਾ। ਕਹਿੰਦੀ ਅੱਜ ਹਾਥੀ ਦਾ ਸ਼ਿਕਾਰ ਕਰਾਂ ਤੇ ਤਾਂ ਢਿੱਡ ਭਰੇਗਾ। ਹੁਣ ਉਹ ਭੁਲੇਖੇ ਵਸ ਤੁਰ ਪਈ, ਹਾਥੀ ਨੂੰ ਲੱਭਦੀ ਰਹੀ। ਕਹਿੰਦੇ ਸਾਰਾ ਸਮਾਂ ਉਹਨੇ ਲੰਘਾ ਦਿੱਤਾ, ਹਾਥੀ ਮਿਲਿਆ ਨਹੀਂ। ਲੱਭਦਿਆਂ ਲੱਭਦਿਆਂ ਦੁਪਹਿਰ ਹੋ ਗਈ, ਸੂਰਜ ਬਿਲਕੁਲ ਸਿਖਰ ਤੇ ਆ ਗਿਆ। ਹੁਣ ਜਦੋਂ ਸੂਰਜ ਬਿਲਕੁਲ ਸਿਖਰ ਤੇ ਹੋਵੇਗਾ ਤੇ ਉਦੋਂ ਪਰਛਾਵੇਂ ਜਿਹੜੇ ਨੇ ਬੜੇ ਛੋਟੇ ਹੋ ਜਾਂਦੇ ਨੇ। ਹੁਣ ਬਿੱਲੀ ਦਾ ਪਰਛਾਵਾਂ ਬਿੱਲੀ ਦੇ ਪੈਰਾਂ ਵਿੱਚ ਹੀ ਆ ਗਿਆ, ਬੜਾ ਛੋਟਾ ਜਿਹਾ। ਤੇ ਬਿੱਲੀ ਕਹਿੰਦੀ ਹੈ
ਕਿ ਮੇਰਾ ਪਰਛਾਵਾਂ ਬੜਾ ਛੋਟਾ, ਮੇਰਾ ਕੱਦ ਤੇ ਬਹੁਤ ਹੀ ਛੋਟਾ ਹੈ। ਮੈਂ ਐਵੇਂ ਹੀ ਸੋਚ ਰਹੀ ਸਾਂ ਵੀ ਮੇਰਾ ਕੱਦ ਬੜਾ ਵੱਡਾ ਹੈ, ਆਕਾਰ ਬੜਾ ਵੱਡਾ, ਮੈਨੂੰ ਵੱਡੇ ਸ਼ਿਕਾਰ ਦੀ ਲੋੜ ਹੈ। ਕਹਿੰਦੀ ਪਰਛਾਵੇਂ ਵੱਲ ਵੇਖ ਕੇ ਕਹਿੰਦੀ ਹੁਣ ਤਾਂ ਇੱਕ ਚੂਹਾ ਖਾ ਕੇ ਵੀ ਗੁਜ਼ਾਰਾ ਹੋ ਸਕਦਾ। ਕਹਿੰਦੀ ਚਲੋ ਹੁਣ ਹਾਥੀ ਰਹਿਣ ਦਿਓ, ਚੂਹਾ ਹੀ ਲੱਭੋ, ਚੂਹੇ ਨਾਲ ਹੀ ਢਿੱਡ ਭਰ ਜਾਏਗਾ। ਅਸਲ ਦੇ ਵਿੱਚ ਜਦੋਂ ਅਗਿਆਨਤਾ ਹੁੰਦੀ ਹੈ ਤੇ ਉਦੋਂ ਮਨੁੱਖ ਹੰਕਾਰ ਵਿੱਚ ਭਰਿਆ ਆਪਣੇ ਆਪ ਨੂੰ ਵੱਡਾ ਸਮਝਦਾ ਹੈ। ਪਰ ਜਦੋਂ ਗਿਆਨ ਦਾ ਸੂਰਜ ਸਿਖਰ ਤੇ ਹੋਵੇ, ਮਨੁੱਖ ਨੂੰ ਪੂਰਾ ਗਿਆਨ ਮਿਲ ਜਾਏ, ਉਦੋਂ ਮਨੁੱਖ ਦੇ ਅੰਦਰੋਂ ਹਉਮੈ ਹੰਕਾਰ ਖਤਮ ਹੋ ਜਾਂਦਾ ਏ। ਫਿਰ ਮਨੁੱਖ ਇਹ ਗੱਲ ਕਹਿੰਦਾ ਹੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਕਿ ਮੇਰਾ ਤੇ ਕੁਝ ਵੀ ਨਹੀਂ। ਮੈਂ ਤੇਵੇਂ ਹੰਕਾਰ ਕਰੀ ਬੈਠਾ, ਮੈਂ ਤੇਵੇਂ ਭਰਮ ਵਿੱਚ ਪੈ ਕੇ ਆਪਣੇ ਆਪ ਨੂੰ ਵੱਡਾ ਸਮਝ ਰਿਹਾ। ਮੇਰਾ ਤਾਂ ਇਸ ਸੰਸਾਰ ਤੇ ਆਉਣ ਦਾ ਮਕਸਦ ਜਿਹੜਾ ਹੈ ਉਹ ਪ੍ਰਭੂ ਭਗਤੀ ਹੈ, ਨਾ ਕਿ ਸੰਸਾਰ ਤੇ ਮੱਲਾਂ ਮਾਰਨੀਆਂ। ਤੇ ਫਿਰ ਮਨੁੱਖ ਜਦੋਂ ਇਹ ਸਮਝ ਪੈਂਦੀ ਹੈ, ਫਿਰ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਗੁਰੂ ਨਾਨਕ ਸਾਹਿਬ ਕਹਿੰਦੇ, ਹੈ ਪ੍ਰਭੂ ਜੀ ਕਿਰਪਾ ਕਰੋ, ਅਸੀਂ ਤੇਰੀ ਸ਼ਰਨ ਵਿੱਚ ਆਏ ਆ, ਤੂੰ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਰੂਪੀ ਬੋਹਿਤ ਭਾਵ ਬੇੜੇ ਵਿੱਚ ਜਹਾਜ਼ ਵਿੱਚ ਚਾੜ ਕੇ ਤੇ ਸਾਨੂੰ ਭਵਜਲ ਸਾਗਰ ਤੋਂ ਪਾਰ ਲਾ। ਤੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਜਾਂਦੇ ਨੇ, ਗੁਰੂ ਰੂਪੀ ਜਹਾਜ਼ ਵਿੱਚ ਸਵਾਰ ਹੋ ਜਾਂਦੇ ਨੇ, ਸਤਿਗੁਰੂ ਫਿਰ ਕਿਰਪਾ ਕਰਕੇ ਉਹਨਾਂ ਨੂੰ ਭਵਜਲ ਤੋਂ ਪਾਰ ਕਰ ਦਿੰਦਾ ਹੈ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਭਾਦਰੋਂ ਦੇ ਮਹੀਨੇ ਰਾਹੀਂ ਮਹਾਰਾਜ ਉਪਦੇਸ਼ ਦਿੰਦੇ ਨੇ, ਕਹਿੰਦੇ ਗੁਰੂ ਜਿਨ੍ਹਾਂ ਦਾ ਹਿਤੂ ਬਣ ਜਾਏ, ਗੁਰੂ ਜਿਨ੍ਹਾਂ ਦੇ ਉੱਪਰ ਕਿਰਪਾ ਕਰ ਦੇਵੇ, ਉਹ ਨਰਕਾਂ ਵਿੱਚ ਨਹੀਂ ਪੈਂਦੇ। ਹੁਣ ਨਰਕ ਕੀ ਹੈ? ਨਰਕ ਤੇ ਸਵਰਗ ਇਸੇ ਜ਼ਿੰਦਗੀ ਵਿੱਚ ਹੀ ਸਾਰਾ ਕੁਝ ਹੈ। ਜਦੋਂ ਮਨੁੱਖ ਗੁਰੂ ਚਰਨਾਂ ਤੋਂ ਦੂਰ ਹੋ ਜਾਂਦੇ ਨੇ, ਭਰਮਾਂ ਵਿੱਚ ਪੈ ਜਾਂਦੇ ਨੇ, ਤੇ ਭਰਮ ਵਿੱਚ ਪੈ ਕੇ ਸਾਧ ਸੰਗਤ ਜਿਹੜੀ ਜ਼ਿੰਦਗੀ ਨਰਕ ਦੇ ਸਮਾਨ ਬਣ ਜਾਂਦੀ ਹੈ। ਤੇ ਜਦੋਂ ਗੁਰੂ ਦਾ ਉਪਦੇਸ਼ ਲੈ ਕੇ ਸਚਿਆਰ ਬਣ ਕੇ ਜ਼ਿੰਦਗੀ ਜਿਉਂਦੇ ਨੇ, ਉਹ ਜ਼ਿੰਦਗੀ ਸਵਰਗ ਵਰਗੀ ਹੈ। ਤੇ ਜਿਹੜੀ ਗੱਲ ਬਾਬਾ ਕਬੀਰ ਸਾਹਿਬ ਨੇ ਆਖੀ ਕਿ ਮੈਂ ਤੇ ਗੁਰੂ ਦੀ ਕਿਰਪਾ ਦੇ ਸਦਕਾ ਇਹਨਾਂ ਦੋਵਾਂ ਦੇ ਚੱਕਰ ਵਿੱਚੋਂ ਬਚ ਗਿਆ ਹਾਂ। ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਾਦ। ਕਹਿੰਦੇ ਮੈਂ ਤੇ ਚਰਨਾਂ ਕਮਲਾਂ ਵਿੱਚ ਰਹਿਣਾ, ਉਹਦਾ ਸੁਖ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਤੇ ਮਹਾਰਾਜ ਕਹਿੰਦੇ ਨੇ ਉਹ ਜੀਵ ਨਰਕਾਂ ਵਿੱਚ ਨਹੀਂ ਪੈਂਦੇ, ਭਾਵ ਉਹਨਾਂ ਦਾ ਜੀਵਨ ਬੜਾ ਸੋਹਣਾ ਬਣ ਜਾਂਦਾ ਏ। ਸਚਿਆਰ ਬਣ ਕੇ ਗੁਰੂ ਗੁਰੂ ਜਪਦਿਆਂ ਹੋਇਆ ਉਹ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਦੇ ਨੇ। ਸਤਿਗੁਰੂ ਜੀ ਰਹਿਮਤ ਕਰਨ। ਆਪਾਂ ਵੀ ਮਹਾਰਾਜ ਦੇ ਚਰਨਾਂ ਵਿੱਚ ਇਹੋ ਬੇਨਤੀ ਕਰੀਏ, ਸਤਿਗੁਰੂ ਸਾਡੇ ਮਨ ਵਿੱਚ ਵੀ ਅਗਿਆਨਤਾ ਕਰਕੇ ਕਈ ਭਰਮ ਤੇ ਭੁਲੇਖੇ ਬਣੇ ਹੋਏ ਨੇ, ਤੁਸੀਂ ਰਹਿਮਤ ਕਰਕੇ ਕਿਰਪਾ ਕਰਕੇ ਸਾਡੇ ਭਰਮ ਦੇ ਛੌੜ ਜਿਹੜੇ ਨੇ ਕੱਟ ਦਿਓ। ਸਾਨੂੰ ਵੀ ਸਚਿਆਰ ਬਣਨ ਦੀ ਜੁਗਤ ਸਮਝਾਓ, ਤਾਂ ਤੇ ਅਸੀਂ ਵੀ ਆਪਣੇ ਇਹ ਜੀਵਨ ਨੂੰ ਸਵਾਰ ਸਕੀਏ, ਸੋਹਣਾ ਬਣਾ ਸਕੀਏ। ਸੋ ਸਤਿਗੁਰਾਂ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰੀਏ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਤਰਸ ਕਰਕੇ ਆਪ ਰਹਿਮਤ ਕਰਕੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਸਮੁੱਚੀਆਂ ਸੰਗਤਾਂ ਦਾ ਬਹੁਤ ਧੰਨਵਾਦ, ਬੜੇ ਪ੍ਰੇਮ ਸਹਿਤ ਸਰਵਨ ਕੀਤਾ। ਹੋਈਆਂ ਭੁੱਲਾਂ ਨਾ ਚਿਤਾਰਨੀਆਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।